ਪੰਜਾਬ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ, ਲਗਾਤਾਰ ਇੱਕ ਦੂਜੇ ਉੱਪਰ ਸ਼ਬਦੀ ਵਾਰ ਕੀਤੇ ਜਾ ਰਹੇ ਨੇ। ਭਖੀ ਹੋਈ ਸਿਆਸਤ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਫਰੀਦਕੋਟ ਦੀ ਸਿਆਸਤ ਦੀ ਤਾਂ ਇੰਨੇ ਦਿਨ ਹੀ ਇਹ ਵੀ ਸਿਖਰਾਂ ਤੇ ਹੈ। ਇੱਕ ਦੂਜੇ ਉੱਪਰ ਲਗਾਤਾਰ ਬਿਆਨਬਾਜ਼ੀਆਂ ਹੋ ਰਹੇ ਨੇ। ਇੱਥੇ ਫਰੀਦਕੋਟ ਦੇ ਮੌਜੂਦਾ ਵਿਧਾਇਕ ਕੁਸ਼ਲਦੀਪ ਢਿੱਲੋਂ ਵੱਲੋਂ ਆਪਣੇ ਵਿਕਾਸ ਕਾਰਜਾਂ ਤੇ ਜੋ ਫਰੀਦਕੋਟ ਵਿੱਚ ਵਿਕਾਸ ਕੀਤਾ ਜਾ ਰਿਹਾ ਹੈ ਉਸ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਲੈ ਕੇ ਲੋਕਾਂ ਵਿੱਚ ਵਿਚਰਿਆ ਜਾ ਰਿਹਾ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ। ਪਰ ਦੂਜੇ ਪਾਸੇ ਇਹਨਾਂ ਚੀਜ਼ਾਂ ਨੂੰ ਲੈ ਕੇ ਚਾਹੇ ਅਕਾਲੀ ਦਲ ਹੋਵੇ ਚਾਹੇ ਆਪ ਹੋਵੇ ਉਹਨਾਂ ਵੱਲੋਂ ਘੇਰਿਆ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਫਰੀਦਕੋਟ ਦੇ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ। ਜੋ ਫਰੀਦਕੋਟ ਦੇ ਮੌਜੂਦਾ ਵਿਧਾਇਕ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਉਹ ਖੋਖਲੇ ਹਨ। ਪਰ ਇਸ ਦੇ ਉੱਪਰ ਚੁੱਪੀ ਤੋੜਦਿਆਂ ਹੋਇਆ ਅੱਜ ਕੁਸ਼ਲਦੀਪ ਢਿੱਲੋਂ ਵੱਲੋਂ ਆਪਣੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਵਿਰੋਧੀਆਂ ਨੂੰ ਜਵਾਬ ਦਿੱਤਾ ਗਿਆ। ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਜਿੱਥੇ ਆਪਣੇ ਹੁਣ ਤੱਕ ਦੇ ਕੀਤੇ ਗਏ ਕੰਮਾਂ ਕਾਰਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਤੇ ਨਾਲ ਹੀ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਫਰੀਦਕੋਟ ਵਿੱਚ ਉਹਨਾਂ ਵੱਲੋਂ ਜੋ ਸੋਚਿਆ ਗਿਆ ਕਿ ਜੇਕਰ ਲੋਕੀ ਉਹਨਾਂ ਨੂੰ ਦੁਬਾਰਾ ਮੌਕਾ ਦਿੰਦੇ ਆ ਤੇ ਇਹ ਕੰਮ ਉਹ ਕਰਨਗੇ, ਉਸ ਬਾਰੇ ਜਾਣੂ ਕਰਵਾਇਆ ਗਿਆ। ਫਰੀਦਕੋਟ ਦੀ ਭਖੀ ਹੋਈ ਸਿਆਸਤ ਦੇ ਵਿੱਚ ਜਿੱਥੇ ਇਹ ਇੱਕ ਦੂਜੇ ਉੱਪਰ ਬਿਆਨਬਾਜ਼ੀ ਹੋ ਰਹੀ ਹੈ ਉਸ ਦੇ ਵਿੱਚ ਵਿਧਾਇਕ ਵੱਲੋਂ ਵੀ ਅੱਜ ਜਵਾਬ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਜੋ ਪਿਛਲੇ ਦਿਨੀ ਸੁਖਬੀਰ ਬਾਦਲ ਵੱਲੋਂ ਫਰੀਦਕੋਟ ਫੇਰੀ ਕੀਤੀ ਗਈ ਉਸ ਤੋਂ ਜੋ ਕੁਸ਼ਲਦੀਪ ਢਿੱਲੋਂ ਦੇ ਸਵਾਲ ਖੜੇ ਕੀਤੇ ਗਏ ਸੀ ਉਹਨਾਂ ਦਾ ਵੀ ਜਵਾਬ ਜਿਨ੍ਹਾਂ ਵੱਲੋਂ ਦਿੱਤਾ ਗਿਆ। ਹੁਣ ਵੇਖ ਲਾਂਗੇ ਇਸ ਸਿਆਸਤ ਦੇ ਵਿੱਚ ਨਵਾਂ ਕੀ ਰੰਗ ਨਿਕਲ ਕੇ ਆਉਂਦਾ, ਕਿਉਂਕਿ ਲਗਾਤਾਰ ਇੱਕ ਦੂਜੇ ਉੱਪਰ ਬਿਆਨਬਾਜ਼ੀਆਂ ਸ਼ੁਰੂ ਹੋ ਚੁੱਕੀਆਂ ਨੇ। ਉਸ ਤੋਂ ਪਹਿਲਾਂ ਜਦੋਂ ਸਿਆਸਤ ਪੂਰੀ ਗਰਮਾਈ ਹੋਈ ਹੈ। ਤੁਸੀਂ ਵੀ ਸੁਣੋ ਇਸ ਮੌਕੇ ਕੀ ਕਿਹਾ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਅਤੇ ਵਿਰੋਧੀਆਂ ਨੂੰ ਅਤੇ ਸੁਖਬੀਰ ਬਾਦਲ ਨੂੰ ਕੀ ਦਿੱਤਾ ਜਵਾਬ। ਸਾਰੇ ਹੀ ਸਤਿਕਾਰਯੋਗ ਪ੍ਰੈਸ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਤੁਹਾਡੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 11 ਤਰੀਕ ਹੋ ਗਈ ਤੇ 20 ਤਰੀਕ ਨੂੰ ਵੋਟਾਂ ਪੈਣੀਆਂ। ਮੈਂ ਤਾਂ ਅੱਜ ਜੋ ਮੈਂ ਕਰਨਾ ਹੈ ਫਰੀਦਕੋਟ ਵਾਸਤੇ, ਜੋ ਮੇਰੀ ਸੋਚ ਹੈ ਫਰੀਦਕੋਟ ਵਾਸਤੇ, ਮੈਂ ਅੱਜ ਉਹਦੀ ਗੱਲ ਕਰਨਾ ਚਾਹੁੰਦਾ। ਮੈਨੂੰ ਤੁਸੀਂ ਸਾਰੇ ਪ੍ਰੈਸ ਵਾਲਿਆਂ ਨੇ ਵੀ ਤੇ ਸੱਜਣਾ ਹੋਰਾਂ ਨੇ ਵੀ ਕਈਆਂ ਨੇ ਦੱਸਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਏ ਸੀ ਮੰਡੀ ਵਿੱਚ ਤੇ ਉਹ ਜਿੰਨੀ ਦੇਰ ਬੋਲੇ ਕਹਿੰਦੇ ਅੱਧਾ ਟਾਈਮ ਮੇਰੇ ਗੁਣ ਗਾਈ ਗਏ। ਮੈਂ ਉਹਨਾਂ ਦਾ ਧੰਨਵਾਦੀ ਹਾਂ, ਉਹ ਬੜੇ ਵੱਡੇ ਬੰਦੇ ਆ। ਜੇ ਏਡਾ ਵੱਡਾ ਬੰਦਾ ਕਿਸੇ ਨੂੰ ਯਾਦ ਕਰਦਾ ਤੇ ਤਾਂ ਮਤਲਬ ਕੋਈ ਨਾ ਕੋਈ ਗੱਲ ਤਾਂ ਹੁੰਦੀ ਹੈ। ਸੋ ਮੈਂ ਤਾਂ ਆਪਦਾ ਟਾਈਮ ਕਿਸੇ ਦੇ ਉਲਟ ਬੋਲ ਕੇ ਕਦੀ ਖਰਾਬ ਨਹੀਂ ਕੀਤਾ। ਮੈਂ ਹਮੇਸ਼ਾ ਆਪਦਾ ਟਾਈਮ ਅਸਾਰੂ ਗੱਲ 'ਚ, ਲੋਕਾਂ ਦੇ ਫਾਇਦੇ ਵਾਲੇ ਗੱਲ 'ਚ ਤੇ ਲੋਕਾਂ ਵਾਸਤੇ ਜਿਹੜੇ ਕੰਮ ਕਰਨੇ ਆ ਉਹਨਾਂ ਵਿੱਚ ਲਾਉਣਾ, ਕਿਉਂਕਿ ਮੇਰੀ ਕਿਸੇ ਪ੍ਰਤੀ ਮਾੜਾ ਬੋਲਣ ਜਾਂ ਬੁਦਖਾਈ ਕਰਨ ਨਾਲ ਸ਼ਹਿਰ ਦਾ ਜਾਂ ਇਲਾਕੇ ਦਾ ਕੋਈ ਫਾਇਦਾ ਨਹੀਂ ਹੋਣਾ। ਸੋ ਅਸੀਂ ਬੇਸਿਕਲੀ ਜਿਹੜੇ ਪਿਛਲੇ 5 ਸਾਲ ਸੀ, ਮੈਂ ਹਮੇਸ਼ਾ ਕਹਿੰਦਾ ਉਹਨਾਂ 'ਚੋਂ ਸਾਨੂੰ 4 ਸਾਲ ਮਿਲੇ। 1 ਸਾਲ ਕਰੋਨਾ ਬਿਮਾਰੀ ਕਰਕੇ ਸਾਰੇ ਕੰਮ ਬੰਦ ਰਹੇ। ਅਸੀਂ ਉਹਦੇ ਵਿੱਚ ਜੋ ਫਰੀਦਕੋਟ ਦਾ ਬੁਨਿਆਦੀ ਢਾਂਚਾ ਸੀ, ਜੋ ਬੁਨਿਆਦੀ ਲੋੜਾਂ ਸੀ ਲੋਕਾਂ ਦੀਆਂ, ਹਰੇਕ ਘਰ ਨੂੰ ਜਿਹਦਾ ਫਾਇਦਾ ਹੋਇਆ ਤੇ ਆਉਣ ਵਾਲੇ 25 30 40 ਸਾਲਾਂ ਵਾਸਤੇ ਸਾਡੇ ਬੱਚਿਆਂ ਨੂੰ ਫਾਇਦਾ ਹੋਇਆ ਇਲਾਕੇ ਦੇ ਨੂੰ ਫਰੀਦਕੋਟ, ਉਹ ਕੰਮ ਪਹਿਲਾਂ ਅਸੀਂ ਕੀਤੇ ਆ, ਜਿਨ੍ਹਾਂ ਵਿੱਚ ਸੀਵਰੇਜ, ਗੰਦੇ ਨਾਲੇ ਨੂੰ ਅਸੀਂ ਬੰਦ ਕੀਤਾ ਫਰੀਦਕੋਟ ਸ਼ਹਿਰ 'ਚ। ਸਾਰੇ ਹੀ ਸ਼ਹਿਰ ਦੇ ਅੰਦਰ ਜਿਹੜੀ ਲਾਈਟਿੰਗ ਹੈ, ਸਟਰੀਟ ਲਾਈਟਿੰਗ, ਉਹਦੀ ਬੜੀ ਵਧੀਆ ਵਿਵਸਥਾ ਕੀਤੀ ਹੈ। ਹੋਰ ਸ਼ਹਿਰ ਦੀ ਜਿਹੜੀ ਬਿਊਟੀਫਿਕੇਸ਼ਨ ਹੈ, ਪਾਰਕ ਬਣਾਏ, ਜਿਮ ਬਣਾਏ, ਉਵੇਂ ਪਿੰਡਾਂ ਵਿੱਚ ਵਿਕਾਸ ਕੀਤਾ। ਪਾਰਕ, ਜਿਮ, ਵਾਲੀਬਾਲ ਦੇ ਗਰਾਊਂਡ ਬੱਚਿਆਂ ਵਾਸਤੇ, ਤੇ ਬਹੁਤ ਜ਼ਰੂਰੀ ਸੀ ਜਿਹੜਾ ਨਹਿਰੀ ਪਾਣੀ ਵਾਸਤੇ ਮੋਗਿਆਂ ਦੀਆਂ ਪਾਈਪਲਾਈਨਾਂ। ਇਹ ਸਭ ਕੰਮ ਅਸੀਂ ਕੀਤੇ ਆ, ਜਿਨ੍ਹਾਂ ਬਾਰੇ ਅੱਗੇ ਆਪਾਂ ਕਈ ਵਾਰੀ ਗੱਲਾਂ ਕਰ ਚੁੱਕੇ, ਜਿਹੜੇ ਕਰ ਚੁੱਕੇ ਆ। ਇੱਕ ਅਸੀਂ ਆਪਦਾ ਰਿਪੋਰਟ ਕਾਰਡ ਵੀ ਸਾਰੇ ਸੋਸ਼ਲ ਮੀਡੀਆ ਰਾਹੀਂ ਤੇ ਖਾਸ ਕਰਕੇ ਆਪਦੀ ਫੇਸਬੁੱਕ ਤੇ ਮੈਂ ਤੇ ਹੋਰ ਦੋਸਤਾਂ ਤਾਈਂ ਅਸੀਂ ਪੇਸ਼ ਕਰਨ ਲੱਗੇ ਜੋ ਜੋ ਕੰਮ ਹੋਏ ਹੈ, ਜੋ ਅਸੀਂ ਕਰ ਚੁੱਕੇ ਹਾਂ। ਪਰ ਆਉਣ ਵਾਲੇ ਸਮੇਂ 'ਚ ਕੀ ਕਰਨਾ ਚਾਹੁੰਦਾ, ਇੱਕ ਤਾਂ ਮੈਂ ਖਾਸ ਇਸ ਤੋਂ ਬਾਅਦ ਜਿਹੜਾ ਧਿਆਨ ਦੇਣਾ ਚਾਹੁੰਦਾ ਉਹ ਹੈਗਾ ਹੈਲਥ ਸੈਕਟਰ 'ਤੇ। ਐਤਕੀ ਆਪਾਂ ਦੇਖਿਆ ਕਿ ਜਿਹੜੀ ਕਰੋਨਾ ਬਿਮਾਰੀ ਹੈ ਨੇ ਆਪਾਂ ਨੂੰ ਜਗਾ ਦਿੱਤਾ, ਸਾਰੀ ਦੁਨੀਆ ਨੂੰ ਹੀ।
ਆਉਣ ਵਾਲੇ ਸਮੇਂ 'ਚ ਜਿਹੜੀਆਂ ਬਿਮਾਰੀਆਂ ਹੈ, ਹੋ ਸਕਦਾ ਉਹਨਾਂ ਦਾ ਹੋਰ ਜ਼ੋਰ ਹੋਵੇ। ਸੋ ਅਸੀਂ ਜਿਹੜਾ ਕਰ ਚੁੱਕੇ ਹਾਂ ਹੈਲਥ 'ਚ ਉਹ ਇਹ ਹੈ ਕਿ ਸਿਵਲ ਹਸਪਤਾਲ 'ਚ ਵੀ ਇੱਕ ਸਿਟੀ ਸਕੈਨ ਦੀ ਮਸ਼ੀਨ ਹੈ ਨਹੀਂ ਸੀ, ਉਹ ਵੀ ਅਸੀਂ ਲਵਾ ਚੁੱਕੇ ਹਾਂ। ਇੱਕ ਆਪਣੇ ਆਕਸੀਜਨ ਪਲਾਂਟ ਹੀ ਹੈ ਨਹੀਂ ਸੀ, ਜਦੋਂ ਆਕਸੀਜਨ ਦੀ ਘਾਟ ਪਈ ਸੀ ਦੇਖੋ ਕਿਵੇਂ ਮਾਰਾ ਧਾੜੀ ਹੋਈ ਸੀ। ਸੋ ਫਰੀਦਕੋਟ ਸਿਵਲ ਹਸਪਤਾਲ 'ਚ ਇੱਕ ਆਕਸੀਜਨ ਪਲਾਂਟ ਵੀ ਅਸੀਂ ਨਵਾਂ ਲਵਾ ਚੁੱਕੇ ਹਾਂ ਲੋਕਾਂ ਦੀ ਸਹੂਲਤ ਵਾਸਤੇ। ਪਰ ਅਜੇ ਵੀ ਮੈਂ ਸਮਝਦਾ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਵਿੱਚ ਬਹੁਤ ਲੋੜਾਂ। ਹਾਲਾਂਕਿ 2017 ਜਦੋਂ ਸਰਕਾਰ ਆਈ ਸੀ ਕਰੀਬਨ 50% ਦੇ ਨੇੜੇ ਤੇੜ ਪੋਸਟਾਂ ਸਿਵਲ ਹਸਪਤਾਲ 'ਚ ਖਾਲੀ ਸੀ ਤੇ ਮੈਡੀਕਲ ਕਾਲਜ। ਅੱਜ ਮੇਰੇ ਖਿਆਲ ਨਾਲ ਤੁਸੀਂ ਜਾ ਕੇ ਆਪ ਚੈੱਕ ਕਰ ਸਕਦੇ ਹੋ ਜਾਂ ਆਰਟੀਆਈ ਰਾਹੀਂ ਪੁੱਛ ਸਕਦੇ ਹੋ ਕੀ ਹੋਇਆ 1-2% ਖਾਲੀ ਹੋਣ ਟੈਕਨੀਕਲੀ, ਪਰ ਨਹੀਂ ਤਾਂ ਅਸੀਂ ਸਾਰਾ ਸਟਾਫ ਭਰਨ ਦੀ ਕੋਸ਼ਿਸ਼ ਕੀਤੀ ਤੇ ਉਸ 'ਚ ਅਸੀਂ ਕਾਮਯਾਬ ਹੋਏ। ਪਰ ਅਜੇ ਹੋਰ ਵੀ ਲੋੜ। ਸੋ ਆਉਣ ਵਾਲੇ ਸਮੇਂ 'ਚ ਪ੍ਰਮਾਤਮਾ ਨੇ ਮਿਹਰ ਕੀਤੀ, ਫਰੀਦਕੋਟ ਦੀ ਸੰਗਤ ਨੇ ਮਿਹਰ ਕੀਤੀ, ਮੇਰਾ ਸਾਰਾ ਫੋਕਸ ਰਹੇਗਾ ਮੈਡੀਕਲ ਕਾਲਜ ਦੇ ਸੁਧਾਰਾਂ ਤੇ, ਤਾਂ ਕਿ ਇੱਕ ਵਧੀਆ ਆਪਣੇ ਇਲਾਕੇ ਨੂੰ ਹੈਲਥ ਵਜੋਂ ਆਪਾਂ ਇੱਕ ਵਧੀਆ ਅਦਾਰਾ ਕਾਇਮ ਕਰ ਸਕੀਏ, ਮੈਡੀਕਲ ਕਾਲਜ ਦੇ ਸੁਧਾਰ ਤੇ ਸਿਵਲ ਹਸਪਤਾਲ ਦੇ ਸੁਧਾਰ। ਦੂਜਾ, ਸਾਡੀ ਸਰਕਾਰ ਨੇ ਐਤਕੀ ਇੱਕ ਬਹੁਤ ਵਧੀਆ ਕੰਮ ਕੀਤਾ, ਉਹ ਅਸੀਂ ਐਜੂਕੇਸ਼ਨ ਪਾਲਿਸੀ ਲਾਗੂ ਕੀਤੀ। ਟੀਚਰ ਡਿਪਾਰਟਮੈਂਟ ਅੱਗੇ ਇਸ ਗੱਲ ਤੇ ਨਾਰਾਜ਼ ਰਹਿੰਦੇ ਸੀ ਟੀਚਰ ਕਿ ਜਿਹੜੇ ਮਿਹਨਤੀ ਟੀਚਰ ਨੇ ਜਿਨ੍ਹਾਂ ਦੇ ਰਿਜ਼ਲਟ ਵਧੀਆ ਆਉਂਦੇ ਨੇ ਉਹ ਕਈ ਵਾਰੀ ਮਗਰ ਰਹਿ ਜਾਂਦੇ ਨੇ ਤੇ ਕਈ ਸਿਫਾਰਸ਼ੀ ਜਿਹੜੇ ਸਾਥੀ ਨੇ ਉਹ ਆਪਦੀਆਂ ਬਦਲੀਆਂ ਕਰਾ ਜਾਂਦੇ ਨੇ। ਸੋ ਸਾਡੀ ਸਰਕਾਰ ਨੇ ਇੱਕ ਪਾਲਿਸੀ ਲਾਗੂ ਕੀਤੀ ਜਿਹਦੇ ਤਹਿਤ 4 ਸਾਲ ਬਦਲੀਆਂ ਹੋਈਆਂ, ਆਨਲਾਈਨ ਪਾਲਿਸੀ। ਉਹਦੇ 'ਚ ਇੱਕ ਮੈਰਿਟ ਬਣੀ ਵੀ ਸੀ ਤੇ ਮੈਰਿਟ ਦੇ ਅਕੋਰਡਿੰਗ ਆਨਲਾਈਨ ਬਦਲੀਆਂ ਹੁੰਦੀਆਂ ਰਹੀਆਂ, ਕੋਈ ਉਹਦੇ ਵਿੱਚ ਸਿਫਾਰਿਸ਼ ਦੀ ਥਾਂ ਨਹੀਂ ਸੀ। ਜਿਹਦੀ ਜਿਵੇਂ ਆਨਲਾਈਨ ਸਿਸਟਮ 'ਚ ਮੈਰਿਟ ਸੀਗੀ ਉਹਦੇ ਮੁਤਾਬਕ ਹੀ ਸਾਰੀਆਂ ਬਦਲੀਆਂ ਹੁੰਦੀਆਂ ਰਹੀਆਂ। ਉਵੇਂ ਹੀ ਅਸੀਂ ਧਿਆਨ ਦਿੱਤਾ ਟੀਚਰ ਮਹਿਕਮੇ 'ਚ ਭਰਤੀ ਤੇ ਬਹੁਤ ਭਰਤੀ ਕੀਤੀ ਤੇ ਨਾਲੇ ਸਮਾਰਟ ਸਕੂਲ ਬਣਾਉਣ ਤੇ, ਕਿਉਂਕਿ ਅੱਗੇ ਮਜਬੂਰੀ ਕੀ ਸੀ, ਅਜੇ ਮਜਬੂਰੀ ਸੀ ਕਿ ਬੱਚਿਆਂ ਨੂੰ ਪ੍ਰਾਈਵੇਟ ਸਕੂਲ 'ਚ ਅਗਲੇ ਨੂੰ ਪੜ੍ਹਾਉਣਾ ਪੈਂਦਾ ਸੀ ਕਿਉਂਕਿ ਸਰਕਾਰੀ ਸਕੂਲਾਂ 'ਚ ਸੁਵਿਧਾ ਨਹੀਂ ਸੀ। ਜਿਹੜੀਆਂ ਚੀਜ਼ਾਂ ਦੀ ਅੱਜ ਲੋੜ ਹੈ ਉਹ ਹੈ ਨਹੀਂ ਸੀ। ਹਲਕੇ ਵਿੱਚ ਮੈਕਸੀਮਮ 60 ਤੋਂ 65% 70% ਸਕੂਲ ਅਸੀਂ ਸਮਾਰਟ ਸਕੂਲ ਕਨਵਰਟ ਕੀਤੇ। ਮੈਂ ਆਪਦੇ ਵਿਰੋਧੀਆਂ ਨੂੰ ਕਹੂੰਗਾ, ਕਈ ਵਾਰੀ ਉਹ ਗੱਲ ਕਰਦੇ ਆ ਐਜੂਕੇਸ਼ਨ ਦੀ, ਕਿ ਜਾ ਕੇ ਸਕੂਲਾਂ 'ਚ ਗੇੜਾ ਮਾਰ ਕੇ ਦੇਖ ਕੇ ਆਓ। ਜੇ ਦੂਰ ਨਹੀਂ ਜਾਇਆ ਜਾਂਦਾ ਤਾਂ ਇੱਥੇ ਜਿਹੜਾ ਬਲਬੀਰ ਸਕੂਲ ਹੈ ਜਾਂ ਜਿਹੜਾ ਆਪਣਾ ਸ਼ਹਿਰ ਵਾਲਾ ਗਰਲ ਸਕੂਲ ਹੈ ਬੱਸ ਅੱਡੇ ਕੋਲ, ਉੱਥੇ ਜ਼ਰੂਰ ਦੇਖ ਕੇ ਆਓ ਕੀ ਮਾਹੌਲ ਹੈ ਸਕੂਲਾਂ ਦਾ, ਤੇ ਪਿੰਡਾਂ 'ਚ ਵੀ ਜਿਹੜੇ ਸਕੂਲ ਆ ਉਹਨਾਂ ਦਾ ਵੀ ਮਾਹੌਲ ਦੇਖ ਕੇ ਆਓ। ਪਰ ਅਜੇ ਬਹੁਤ ਕੁਝ ਕਰਨ ਵਾਲਾ। ਸੋ ਆਉਣ ਵਾਲੇ ਸਮੇਂ 'ਚ ਪ੍ਰਮਾਤਮਾ ਨੇ ਮਿਹਰ ਰੱਖੀ ਸਕੂਲਾਂ ਤੇ ਸਕੂਲਾਂ ਵਿੱਚ ਜਿਹੜੀਆਂ ਜ਼ਰੂਰੀ ਚੀਜ਼ਾਂ ਦੀ ਲੋੜ ਹੈ ਤਾਂ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਐਜੂਕੇਸ਼ਨ ਮਿਲ ਸਕੇ, ਉਹਦੇ ਤੇ ਮੈਂ ਸਾਰਾ ਜ਼ੋਰ ਲਾਵਾਂਗਾ। ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਕਿ ਸਾਡੇ ਵਧੀਆ ਸਕੂਲ ਬਣਾਉਣ ਕਰਕੇ ਜਾਂ ਵਧੀਆ ਸਕੂਲਾਂ ਦੇ ਰਿਜ਼ਲਟ ਆਉਣ ਕਰਕੇ ਜਾਂ ਸਾਰੀਆਂ ਸਹੂਲਤਾਂ ਦੇਣ ਕਰਕੇ ਤੁਸੀਂ ਆਪ ਚੈੱਕ ਕਰੋ, ਮੈਂ ਪ੍ਰੈਸ ਵਾਲੇ ਵੀਰਾਂ ਨੂੰ ਵੀ ਕਹੂੰਗਾ ਕਿ ਕਿੰਨੀ ਜ਼ਿਆਦਾ ਐਡਮਿਸ਼ਨਸ ਵਧੀਆਂ ਸਰਕਾਰੀ ਸਕੂਲਾਂ 'ਚ ਪਿਛਲੇ 2 ਸਾਲਾਂ 'ਚ, ਕਿੰਨੀਆਂ ਐਡਮਿਸ਼ਨਸ ਵਧੀਆਂ, ਕਿੱਡਾ ਵੱਡਾ ਵਾਧਾ ਹੋਇਆ ਕਿ ਲੋਕ ਮੁੜ ਕੇ ਫਿਰ ਪ੍ਰਾਈਵੇਟ ਸਕੂਲਾਂ 'ਚੋਂ ਆਉਣ ਲੱਗ ਪਏ ਸਰਕਾਰੀ ਸਕੂਲਾਂ 'ਚ। ਜਿਹੜੇ ਪ੍ਰਾਈਵੇਟ ਸਕੂਲ ਹੈ
ਉਹ ਵੀ ਸਾਡੇ ਸਮਾਜ ਤੇ ਸਾਡੇ ਇਲਾਕੇ ਦੀ ਜਿਹੜੀ ਸਕੂਲਿੰਗ ਹੈ ਉਹਦੇ ਵਿੱਚ ਬਹੁਤ ਵਧੀਆ ਯੋਗਦਾਨ ਪਾਉਂਦੇ। ਉਹਨਾਂ ਨਾਲ ਵੀ ਡਿਸਕਸ ਕਰਾਂਗੇ ਬੈਠ ਕੇ ਕਿ ਉਹਨਾਂ ਨੂੰ ਸਰਕਾਰ ਵੱਲੋਂ ਕੀ ਮਦਦ ਚਾਹੀਦੀ ਹੈ, ਕੀ ਸਾਥ ਚਾਹੀਦਾ ਹੈ, ਤਾਂ ਕਿ ਉਹਨਾਂ ਨੂੰ ਵੀ ਉਹ ਸਾਰਾ ਕੁਝ ਮੁਹੱਈਆ ਕਰਾ ਕੇ ਦਈਏ, ਤਾਂ ਕਿ ਐਜੂਕੇਸ਼ਨ ਵਿੱਚ ਸਾਡਾ ਇਲਾਕਾ, ਸਾਡਾ ਸ਼ਹਿਰ ਕਿਸੇ ਗੱਲੋਂ ਘੱਟ ਨਾ ਰਹਿ ਜੇ। ਤੀਜੀ ਗੱਲ ਇਹ ਹੈ ਕਿ ਮੈਂ ਫਰੀਦਕੋਟ ਸ਼ਹਿਰ ਨੂੰ, ਮੇਰੀ ਜਿਹੜੀ ਮਨ ਦੀ ਮਨਸ਼ਾ ਸੀ, ਮੈਂ ਹਮੇਸ਼ਾ ਕਿਹਾ ਅਸੀਂ ਨਵੀਆਂ ਨਗਰ ਕੌਂਸਲ 'ਚ ਭਰਤੀਆਂ ਕੀਤੀਆਂ 500 ਮੁਲਾਜ਼ਮ ਦੀ, ਅਤੇ ਨਾਲੇ ਗੱਡੀਆਂ ਪਾਈਆਂ ਨਵੀਆਂ, ਹੋਰ ਪਾ ਕੇ ਗੱਡੀਆਂ। ਫਰੀਦਕੋਟ ਸ਼ਹਿਰ ਨੂੰ ਮੈਂ ਡੰਪ ਫ੍ਰੀ ਕਰਨਾ। ਤੁਹਾਨੂੰ ਫਰੀਦਕੋਟ ਸ਼ਹਿਰ 'ਚ ਕੋਈ ਵੀ ਔਨ ਰੋਡ ਓਪਨ ਕੂੜੇ ਦਾ ਡੰਪ ਨਹੀਂ ਦਿਖੂਗਾ। ਗੱਡੀਆਂ ਸਿੱਧੀਆਂ ਭਰਿਆ ਕਰਨਗੀਆਂ ਟਰਾਲੀਆਂ, ਅਤੇ ਸਿੱਧੀਆਂ ਬਾਹਰ ਵੱਡੇ ਡੰਪ 'ਤੇ ਜਾਇਆ ਕਰਨਗੀਆਂ। ਸੋ ਫਰੀਦਕੋਟ ਸ਼ਹਿਰ ਵਿੱਚ ਕਿਸੇ ਕਿਸਮ ਦਾ ਵੀ ਤੁਹਾਨੂੰ ਕੋਈ ਕੂੜੇ ਦਾ ਢੇਰ, ਗੰਦ ਦਾ ਢੇਰ ਨਹੀਂ ਦਿਖੇਗਾ, ਕਿਉਂਕਿ ਮੈਂ ਇਸ ਗੱਲ 'ਤੇ ਬੜਾ ਵਰਕ ਕੀਤਾ। ਬਿਮਾਰੀਆਂ ਦਾ ਕਾਰਨ ਸੀ ਜਿਹੜਾ ਗੰਦਾ ਨਾਲ ਆਪਣੇ ਸ਼ਹਿਰ ਵਿੱਚ ਦੀ ਲੰਘਦਾ ਸੀ, ਬਿਮਾਰੀਆਂ ਦਾ ਵੀ ਕਾਰਨ ਸੀ ਅਤੇ ਬਦਬੂ ਦਾ ਵੀ ਕਾਰਨ ਸੀ। ਅਸੀਂ ਉਹ ਤੁਸੀਂ ਦੇਖਿਆ 5 ਕਰੋੜ ਲਾ ਕੇ ਅਸੀਂ ਉਹਨੂੰ ਢੱਕਿਆ ਤਾਂ ਕਿ ਬਿਮਾਰੀਆਂ ਤੋਂ ਬਚਾਇਆ ਜਾ ਸਕੇ, ਕਿਉਂਕਿ ਡੇਂਗੂ ਦਾ ਬੜਾ ਮਾੜਾ ਹਾਲ ਸੀ। ਉਵੇਂ ਹੀ ਪੀਣ ਵਾਲੇ ਪਾਣੀ 'ਚ ਇਸੇ ਕਰਕੇ ਰਾਜਾ ਮਾਈਨਰ ਦਾ ਪਾਣੀ ਅਸੀਂ ਲਿਆਂਦਾ ਵਾਟਰ ਵਰਕਸ, ਕਿ ਪੋਲਿਊਟਡ ਪਾਣੀ ਨਾ ਮਿਲੇ ਫਰੀਦਕੋਟ ਸ਼ਹਿਰ ਨੂੰ, ਕਿਉਂਕਿ ਰਾਜਾ ਮਾਈਨਰ ਸਿੱਧਾ ਸਰਹੰਦ ਕਨਾਲ ਤੋਂ ਆਉਂਦਾ ਹੈ। ਸ਼ਾਇਦ ਨਵੇਂ ਨੌਜਵਾਨਾਂ ਨੂੰ ਨਹੀਂ ਪਤਾ ਉਹਨਾਂ ਦਾ ਨਾਂ ਰਾਜਾ ਮਾਈਨਰ ਕਿਉਂ ਰੱਖਿਆ ਸੀ, ਕਿ ਰਾਜਾ ਫਰੀਦਕੋਟ ਨੇ ਇਹ ਸਪੈਸ਼ਲ ਆਪਦੇ ਪੀਣ ਵਾਲੇ ਵਾਸਤੇ ਤੇ ਸ਼ਹਿਰ ਦੇ ਪੀਣ ਵਾਸਤੇ ਇੱਕ ਕੱਸੀ ਲਿਆਂਦੀ ਸੀ ਸਰਹੰਦ ਕਨਾਲ ਤੋਂ। ਸੋ ਉਹੀ ਪਾਣੀ ਅਸੀਂ 5 ਕਰੋੜ ਲਾ ਕੇ ਵਾਟਰ ਵਰਕਸ 'ਤੇ ਮੁਹੱਈਆ ਕਰਾਇਆ, ਤਾਂ ਕਿ ਬਿਮਾਰੀਆਂ ਵੱਲੋਂ ਰਾਹਤ ਮਿਲੇ ਅਤੇ ਸ਼ੁੱਧ ਪਾਣੀ ਸ਼ਹਿਰ ਨੂੰ ਮਿਲ ਸਕੇ। ਸੋ ਮੇਨ ਜ਼ੋਰ ਆਉਣ ਵਾਲੇ ਸਮੇਂ 'ਚ ਫਰੀਦਕੋਟ ਜਿਹੜਾ ਨਹਿਰਾਂ ਦਾ ਪੁਲ ਹੈ ਫਰੀਦਕੋਟ ਕੋਟਕਪੂਰਾ ਰੋਡ 'ਤੇ, ਇਹ ਬੜਾ ਪੁਰਾਣਾ ਹੋ ਚੁੱਕਿਆ। ਇੱਕ ਜਿਹੜਾ ਟਹਿਣੇ ਵਾਲਾ, ਜਿਹੜਾ ਤਲਵੰਡੀ ਰੋਡ ਵਾਲਾ ਪੁਲ। ਸੋ ਆਉਣ ਵਾਲੇ ਸਮੇਂ 'ਚ ਮੇਰਾ ਇਹ ਵੀ ਨਿਸ਼ਾਨਾ ਹੋਏਗਾ ਕਿ ਇਹ ਦੋਨੋਂ ਪੁਲ ਚਹਿਲਾਂ ਵਾਲੇ ਪੁਲ ਵਾਂਗੂ ਅਸੀਂ ਤਿਆਰ ਕਰਾ ਕੇ ਦਈਏ, ਕਿਉਂਕਿ ਮੇਨ ਐਂਟਰੀਆਂ ਸਾਡੇ ਸ਼ਹਿਰ ਦੀਆਂ, ਇਹ ਵੀ ਮੈਂ ਚਾਹੁੰਦਾ ਕਿ ਚਹਿਲਾਂ ਵਾਲੇ ਪੁਲ ਵਾਂਗੂ ਮੈਂ ਤਿਆਰ ਕਰਾ ਕੇ ਦੇਵਾਂ। ਮੇਨ ਇੱਕ ਮੇਰੀ ਸੋਚ ਹੈ ਅਤੇ ਮੈਂ ਚਾਹੁੰਦਾ, ਜੋ ਮੈਂ ਕਰਨਾ ਹੈ, ਕਿ ਫਰੀਦਕੋਟ ਸ਼ਹਿਰ ਦੀ ਸਿਕਿਉਰਿਟੀ ਵਾਸਤੇ ਮੈਂ ਗਲੀਆਂ ਗਲੀਆਂ 'ਚ ਮਿਊਨਿਸਪਲ ਕਮੇਟੀ ਅਤੇ ਪੁਲਿਸ ਨਾਲ ਇੱਕ ਤਾਲਮੇਲ ਕਰਾ ਕੇ ਮੈਕਸੀਮਮ ਸਿਕਿਉਰਿਟੀ ਕੈਮਰੇ ਲਵਾਉਣਾ ਚਾਹੁੰਦਾ, ਤਾਂ ਕਿ ਕੋਈ ਵੀ ਬੰਦਾ ਕੋਈ ਵੀ ਵਾਰਦਾਤ ਕਰੇ ਉਹਦੀ ਕਲੈਰਿਟੀ ਹੋਵੇ, ਕਿਉਂਕਿ ਸਿਕਿਉਰਿਟੀ ਹੈ ਜਿਹੜੀ ਉਹ ਸਭ ਤੋਂ ਜ਼ਰੂਰੀ ਹੈ ਫਰੀਦਕੋਟ ਸ਼ਹਿਰ ਦੀ ਅਤੇ ਇਲਾਕੇ ਦੀ। ਸੋ ਇਹ ਕੁਛ ਗੱਲਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ 'ਚ ਮੇਰੇ ਏਜੰਡੇ 'ਤੇ ਨੇ, ਜਿਨ੍ਹਾਂ ਨੂੰ ਮੈਂ ਕਰਨਾ, ਅੱਗੇ ਕੰਮ ਕਰਕੇ ਦਿਖਾਏ ਆ, ਸ਼ੌਕ ਨਾਲ ਕੰਮ ਕੀਤੇ ਆ ਅਤੇ ਆਪਦਾ ਫਰਜ਼ ਨਿਭਾਇਆ। ਅਤੇ ਇਹ ਜਿਹੜੇ ਕੰਮ ਹੈ ਇਹ ਰਹਿੰਦੇ ਆ, ਜੋ ਮੇਰੇ ਏਜੰਡੇ ਵਿੱਚ ਹੈ, ਮੇਰੀ ਸੋਚ ਵਿੱਚ ਨੇ, ਜਿਹੜੇ ਮੈਂ ਚਾਹੁੰਦਾ ਫਰੀਦਕੋਟ ਵਾਸਤੇ ਕਰਨੇ। ਅਤੇ ਆਉਣ ਵਾਲੇ ਸਮੇਂ 'ਚ ਇਹ ਕੰਮ ਕਰਨੇ ਆ ਜ਼ਰੂਰ। ਨਾਲੇ ਇੱਕ ਜੋ ਫਰੀਦਕੋਟ ਜਾਣਿਆ ਜਾਂਦਾ ਉਹ ਸਪੋਰਟਸ ਵੱਲੋਂ, ਖਾਸ ਕਰਕੇ ਹਾਕੀ ਵੱਲੋਂ, ਰੈਸਲਿੰਗ ਵੱਲੋਂ, ਮੈਂ ਚਾਹੁੰਦਾ ਕਿ ਇੱਕ ਸਪੋਰਟਸ ਅਕੈਡਮੀ ਇੱਥੇ ਫਰੀਦਕੋਟ ਖਿਲਾਉਣਾ, ਤਾਂ ਕਿ ਅਸੀਂ ਆਉਣ ਵਾਲੇ ਨੌਜਵਾਨਾਂ ਵਾਸਤੇ ਇੱਕ ਹਰੇਕ ਗੇਮ ਵਾਸਤੇ ਸਪੈਸ਼ਲਾਈਜ਼ਡ ਕੋਚ ਹੋਵੇ, ਇੱਕ ਇੱਥੇ ਅਕੈਡਮੀ ਹੋਵੇ, ਵਿੰਗ ਹੋਵੇ, ਤਾਂ ਕਿ ਬੱਚਿਆਂ ਨੂੰ ਹੋਰ ਸਹੂਲਤਾਂ ਮਿਲ ਸਕਣ ਖੇਡਣ ਵਾਲਿਆਂ ਨੂੰ। ਅਤੇ ਉਹਨਾਂ ਨੂੰ ਤੁਸੀਂ ਦੇਖਿਆ ਅਸੀਂ ਕਿੰਨਾ ਇਨਫਰਾਸਟਰਕਚਰ ਵਧੀਆ ਕੀਤਾ। ਤੁਸੀਂ ਦੇਖੋ ਹੁਣ ਰਾਤ ਨੂੰ ਜਾਓ ਆਪਣੇ ਸਟੇਡੀਅਮ 'ਚ, ਜਗ ਰਿਹਾ ਹੁੰਦਾ ਸਟੇਡੀਅਮ। ਅੱਗੇ ਇਹੀ ਸਟੇਡੀਅਮ
ਰਾਤ ਨੂੰ ਪੌੜੀਆਂ ਤੇ ਚੋਰੀ ਬੱਚੇ ਨਸ਼ਿਆਂ ਦੇ ਟੀਕੇ ਲਾਉਂਦੇ ਸੀ, ਤੇ ਹੁਣ ਸਟੇਡੀਅਮ ਵਿੱਚ ਜਗ ਰਿਹਾ ਹੁੰਦਾ, ਚਾਹੇ ਦਿਨੇ ਬੱਚੇ ਰਾਤ ਨੂੰ ਪ੍ਰੈਕਟਿਸ ਕਰਨ ਚਾਹੇ ਦਿਨੇ ਕਰਨ। ਰੈਸਲਿੰਗ ਦਾ ਅਸੀਂ ਬਣਵਾ ਰਹੇ ਹਾਂ, ਉਹ ਜੋ ਵੀ ਉਹਨਾਂ ਦੀ ਲੋੜ ਸੀ ਹਾਲ 'ਚੋਂ ਕੰਮ ਕਰਾਏ। ਕਬੱਡੀ ਦਾ ਬੜਾ ਸ਼ੌਕ ਆਪਣੇ ਇਲਾਕੇ 'ਚ, ਫਰੀਦਕੋਟ ਸਟੇਡੀਅਮ ਵਿੱਚ ਕਬੱਡੀ ਦਾ ਬੜਾ ਵਧੀਆ ਹਾਲ ਬਣ ਰਿਹਾ, ਤੁਸੀਂ ਦੇਖ ਰਹੇ ਹੋ ਕੰਮ ਚੱਲ ਰਿਹਾ। ਸਟੇਡੀਅਮ ਥੋੜ੍ਹਾ ਜਿਹਾ ਨੀਵਾਂ ਹੈ, ਉਹਦੇ ਵਿੱਚ ਵੀ ਜੋ ਕਰਨ ਵਾਲੇ ਆ ਕੰਮ, ਤਾਂ ਕਿ ਇਹ ਐਸਟ੍ਰੋਟਰਫ ਵੀ ਮੈਂ ਕਹਿਣਾ ਚਾਹੁੰਦਾ, ਇਹ ਮੈਂ ਲਿਆ ਕੇ ਦਿੱਤਾ ਸੀ ਫਰੀਦਕੋਟ ਸ਼ਹਿਰ ਨੂੰ ਜਿਹੜਾ ਐਸਟ੍ਰੋਟਰਫ ਹੈ। ਸੋ ਇਸ ਕਰਕੇ ਸਪੋਰਟਸ ਵੱਲੋਂ ਵੀ ਮੈਂ ਚਾਹੁੰਦਾ ਐਤਕੀ ਆਪਣੇ ਸ਼ਹਿਰ ਦੇ ਨੌਜਵਾਨ ਨੇ ਫਿਰ ਤੋਂ ਆਪਣਾ ਨਾਮ ਰੋਸ਼ਨ ਕੀਤਾ ਹਾਕੀ ਵਿੱਚ। ਸੋ ਸਪੋਰਟਸ ਨੂੰ ਵੀ ਇੱਕ ਅਕੈਡਮੀ ਲਿਆਈ ਜਾਵੇ ਤਾਂ ਕਿ ਸਪੈਸ਼ਲ ਕੋਚ ਮਿਲ ਸਕਣ। ਸੋ ਇਹ ਕੁਝ ਗੱਲਾਂ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਮੈਂ ਸ਼ਹਿਰ ਦੇ ਇਲਾਕੇ ਵਾਸਤੇ ਕਰਨਾ ਚਾਹੁੰਦਾ। ਉਵੇਂ ਪਿੰਡਾਂ ਵਿੱਚ ਜਿਹੜੇ ਰਹਿੰਦੀਆਂ ਕੋਈ ਮੋਗੇ ਰਹਿ ਗਏ, ਅਸੀਂ ਐਤਕੀ 32-35 ਕਰੋੜ ਦੀਆਂ ਪਾਈਪਾਂ ਪਾਈਆਂ, ਕਿਉਂਕਿ ਖਾਲਿਆਂ ਦਾ ਬੜਾ ਮਾੜਾ ਹਾਲ ਹੋ ਜਾਂਦਾ। ਮੈਂ ਚਾਹੁੰਦਾ ਕਿ ਜ਼ਿਮੀਂਦਾਰਾਂ ਦੇ ਮੋਢਿਆਂ ਤੋਂ ਕਈਆਂ ਲਵਾਵਾਂ ਤੇ ਐਵੇਂ ਨਾ ਖਾਲਿਆਂ ਤੇ ਤੁਰੇ ਫਿਰਨ। ਸੋ ਆਉਣ ਵਾਲੇ ਸਮੇਂ ਜਿਹੜੇ ਪਿੰਡ ਰਹਿ ਗਏ ਉੱਥੇ ਵੀ 90% ਸਬਸਿਡੀ ਵਾਲੀਆਂ ਜਿਹੜੀਆਂ ਪਾਈਪਲਾਈਨਾਂ ਉਹ ਸਾਲਮ ਮੋਗਿਆਂ ਦੀਆਂ ਪਵਾਵਾਂਗੇ ਤਾਂ ਕਿ ਜ਼ਿਮੀਂਦਾਰਾਂ ਦਾ ਫਾਇਦਾ ਹੋ ਸਕੇ। ਸੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਮੈਂ ਇਸ ਇਲਾਕੇ ਵਾਸਤੇ ਕਰਨਾ ਚਾਹੁੰਦਾ। ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਫਰੀਦਕੋਟ ਦੀ ਸੰਗਤ ਨੂੰ, ਇਲਾਕੇ ਨੂੰ ਸਾਰੀ, ਕਿ ਸ਼ੌਕ ਨਾਲ ਮੈਂ ਕੰਮ ਕੀਤੇ ਆ। ਕੰਮਾਂ 'ਚ ਜਿਹੜੇ ਮੈਂ ਕੰਮ ਕੀਤੇ ਆ ਉਹ ਕੰਮ ਕੀਤੇ ਆ ਜਿਹਦਾ ਹਰੇਕ ਸ਼ਹਿਰੀ ਨੂੰ, ਹਰੇਕ ਪਿੰਡੂ ਨੂੰ ਫਾਇਦਾ। ਉਹ ਕੰਮ ਕੀਤੇ ਆ ਜਿਹੜੇ ਆਉਣ ਵਾਲੇ 30-40 ਸਾਲਾਂ ਵਿੱਚ ਫਰੀਦਕੋਟ ਸ਼ਹਿਰ ਨੂੰ ਇੱਕ A ਗ੍ਰੇਡ ਸਿਟੀ ਬਣਾਉਣਗੇ। ਉਹ ਕੰਮ ਕੀਤੇ ਆ ਜਿਹੜੇ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਸਹੂਲਤਾਂ ਮਿਲਣਗੀਆਂ। ਬਾਬਾ ਫਰੀਦ ਜੀ ਦੇ ਨਾਂ 'ਤੇ ਸ਼ਹਿਰ ਹੈ, ਹੈਰੀਟੇਜ ਸਟਰੀਟ ਸਾਡੀ ਤਿਆਰ ਹੋ ਜਾਣੀ ਹੈ, ਆਪਾਂ ਸਾਰਿਆਂ ਨੂੰ ਉਸ ਗੱਲ ਦਾ ਮਾਣ ਹੋਊਗਾ। ਸੋ ਇਸ ਕਰਕੇ ਇਹ ਮੇਰੀ ਸੋਚ ਹੈ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸਿਰ 'ਤੇ ਹੱਥ ਰੱਖੋ, ਸਾਥ ਦਿਓ। ਸ਼ੌਕ ਨਾਲ ਕੰਮ ਕੀਤੇ ਆ ਤੇ ਕਰਾਂਗੇ। ਕੁਝ ਵਿਰੋਧੀ ਸੱਜਣ ਪ੍ਰਚਾਰ ਕਰਦੇ ਆ ਸੋਸ਼ਲ ਮੀਡੀਆ ਰਾਹੀਂ। ਮੈਂ ਵਿਰੋਧੀ ਸੱਜਣਾਂ ਨੂੰ ਕਹਿਣਾ ਚਾਹੁੰਦਾ ਕਿ ਦੁਨੀਆ ਬਹੁਤ ਸਿਆਣੀ ਹੈ, ਲੋਕ ਬਹੁਤ ਸਿਆਣੇ ਆ, ਸੰਗਤ ਬਹੁਤ ਸਿਆਣੀ, ਸਭ ਕੁਝ ਇਹਨਾਂ ਨੂੰ ਦੇਖ ਰਿਹਾ। 90% ਕੰਮ ਕੰਪਲੀਟ ਹੋ ਗਏ, ਅੱਜ ਸਾਰੇ ਕੰਮ ਜ਼ੋਰਾਂ ਨਾਲ ਚੱਲ ਰਹੇ ਆ, ਕੋਈ ਕੰਮ ਬੰਦ ਨਹੀਂ ਹੋਇਆ ਕਿਉਂਕਿ ਆਨਗੋਇੰਗ ਕੰਮ ਹੈ। 31 ਮਾਰਚ ਤੋਂ ਪਹਿਲਾਂ ਸਾਰੇ ਕੰਮ ਕੰਪਲੀਟ ਹੋਣੇ ਆ ਜਿਹੜੇ ਚੱਲ ਰਹੇ ਆ। ਇੰਨੇ ਕੰਮ ਨਾ ਕਦੀ ਅੱਜ ਤੋਂ 25 ਸਾਲ ਫਰੀਦਕੋਟ ਦੀ ਹਿਸਟਰੀ 'ਚ ਹੋਏ ਆ ਇੱਕ ਟਰਮ ਦੇ ਅੰਦਰ, ਤੇ ਨਾ ਕਦੀ ਹੋਣੇ ਆ, ਇਹ ਮੈਂ ਗੱਲ ਕਹਿ ਦਿੰਦਾ। ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ, ਬਜਾਏ ਕਿ ਸ਼ਰਾਰਤਾਂ ਕਰੀਏ, ਬਜਾਏ ਕਿ ਝੂਠਾ ਪ੍ਰਚਾਰ ਕਰੀਏ, ਤੁਸੀਂ ਇਹ ਦੱਸੋ ਤੁਸੀਂ ਕੀ ਕੀਤਾ। ਤੁਸੀਂ ਇਹ ਦੱਸੋ ਕਿ ਤੁਸੀਂ ਕੀ ਕਰਨਾ, ਤੁਸੀਂ ਕੀ ਕੀਤਾ ਅੱਜ ਤੱਕ, ਤਾਂ ਕਿ ਲੋਕ ਦੱਸਣ, ਦੇਖਣ ਕਿ ਤੁਸੀਂ ਲੋਕਾਂ ਨੂੰ ਦੱਸੋ ਤੁਸੀਂ ਕੀ ਕੀਤਾ। 10 ਸਾਲ ਅਕਾਲੀ ਦਲ ਨੂੰ ਮੌਕਾ ਮਿਲਿਆ ਤੇ ਝਾੜੂ ਵਾਲੇ ਵੀਰ ਮੇਰੇ ਬੇਨਤੀ ਕਹਿੰਦੇ ਆ ਕਿ ਜੀ ਬਦਲਾਅ ਲਿਆਉਣਾ। ਫਰੀਦਕੋਟ ਇਲਾਕੇ ਦੇ ਲੋਕਾਂ ਨੇ ਬਦਲਾਅ ਲਿਆਂਦਾ ਸੀ। ਅੱਜ ਤੋਂ 7 ਸਾਲ ਪਹਿਲਾਂ ਪ੍ਰੋਫੈਸਰ ਸਾਧੂ ਸਿੰਘ ਨੂੰ ਉਹਨਾਂ ਨੇ ਜਿਤਾਇਆ ਸੀ, MP ਬਣਾਇਆ ਸੀ, ਤੇ ਉਸ ਬਦਲਾਅ ਦਾ ਕੀ ਹੋਇਆ। ਇੱਕ ਚੀਜ਼ ਦੱਸ ਦੇਣ ਮੈਨੂੰ ਆਮ ਆਦਮੀ ਪਾਰਟੀ ਵਾਲੇ ਕਿ ਫਰੀਦਕੋਟ ਸ਼ਹਿਰ ਵਿੱਚ ਜਾਂ ਪਿੰਡਾਂ ਵਿੱਚ ਕੋਈ ਕੀਤੀ ਹੋਵੇ ਜਿਹੜੀ ਉਹ ਹੱਥ ਰੱਖ ਕੇ ਕਹਿ ਸਕਣ ਕਿ ਬਈ ਅਸੀਂ ਫਰੀਦਕੋਟ ਸ਼ਹਿਰ ਜਾਂ ਇਲਾਕੇ ਦੇ ਫਾਇਦੇ ਵਾਸਤੇ ਆ ਕੀਤੀ ਹੈ। ਅਕਸਰ MP ਨੂੰ ਇੰਨੀ ਗ੍ਰਾਂਟ ਵੀ ਮਿਲਦੀ ਹੈ। ਇੱਕ ਚੀਜ਼ ਦੇ ਹੱਥ ਰੱਖ ਦੇਣ ਕਿ ਆ ਅਸੀਂ ਡਿਵੈਲਪਮੈਂਟ ਵਿੱਚ ਹਿੱਸਾ ਪਾਇਆ, ਸ਼ਹਿਰ ਤੇ ਪਿੰਡਾਂ ਦੇ ਫਾਇਦੇ ਵਾਸਤੇ ਆ ਕੀਤਾ। ਸੋ ਕੰਮ ਤਾਂ ਕੀ ਕਰਨੇ ਸੀ। ਲੋਕ ਅੱਜ ਪ੍ਰੋਫੈਸਰ ਸਾਹਿਬ ਨੂੰ ਲੱਭਦੇ ਫਿਰਦੇ, ਪ੍ਰੋਫੈਸਰ ਸਾਹਿਬ ਹੀ ਗਵਾਚ ਗਏ, ਉਸ ਤੋਂ ਬਾਅਦ ਲੋਕਾਂ ਨੂੰ ਮਿਲੇ ਨਹੀਂ। ਸੋ ਮੇਰੀ ਬੇਨਤੀ ਹੈ ਕਿ ਸਾਰੀ ਸੰਗਤ ਨੂੰ ਪੋਜ਼ਿਟਿਵ ਸੋਚ ਲੈਣੀ ਹੈ, ਕੀਤੇ ਹੋਏ ਕੰਮਾਂ 'ਤੇ ਮੋਹਰ ਲਾਉਣੀ ਹੈ।
ਕੀਤੇ ਹੋਏ ਕੰਮਾਂ ਨੂੰ ਦੇਖ ਕੇ ਵੋਟ ਪਾਉਣੀ ਹੈ ਤੇ ਆਉਣ ਵਾਲੇ ਫਰੀਦਕੋਟ ਦੇ ਵਿਕਾਸ ਵਾਸਤੇ ਵੋਟ ਪਾਉਣੀ ਹੈ। ਇਹ ਮੇਰੀ ਬੇਨਤੀ ਹੈ। ਬਾਕੀ ਕੋਈ ਤੁਹਾਡਾ ਸਵਾਲ ਹੋਵੇ ਤਾਂ ਸਾਰੇ ਵੀਰ ਮੈਨੂੰ ਪੁੱਛ ਸਕਦੇ। ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ, ਉਹ ਕਹਿੰਦੇ ਵੀ ਜਿਹੜੀ ਕੰਪਨੀ ਨੂੰ ਅਸੀਂ ਠੇਕਾ ਦਿੱਤਾ ਸੀ ਉਹ ਕੰਪਨੀ ਨੂੰ ਹਟਾ ਕੇ ਤੁਸੀਂ ਹੋਰ ਕੰਪਨੀ ਨੂੰ ਠੇਕਾ ਦਿੱਤਾ ਸੀ, ਤਾਂ ਇਹ ਕੰਮ ਲੰਮਕ ਗਿਆ ਤੇ ਆਪਣੀ ਮਰਜ਼ੀ ਕੀਤੀ ਤੁਸੀਂ। ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਬਾਰੇ ਮੈਂ ਹੁਣ ਕੀ ਕਵਾਂ। ਉਹ 3 ਵਾਰੀ ਇੱਥੋਂ MP ਰਹਿ ਗਏ, ਉਹ ਸਤਿਕਾਰਯੋਗ ਹੈ। ਉਹ ਕਹਿੰਦੇ ਸੀ ਮੈਂ ਕੈਲੀਫੋਰਨੀਆ ਬਣਾ ਦੂੰ। ਅਸੀਂ ਕੰਪਨੀ ਨੂੰ ਨਹੀਂ ਬਦਲਿਆ ਬਾਦਲ ਸਾਹਿਬ, ਉਹ ਤੁਹਾਡੀ ਕੰਪਨੀ ਛੱਡ ਕੇ ਭੱਜ ਗਈ। ਜੇ ਅਸੀਂ ਬਦਲਿਆ ਹੁੰਦਾ ਤਾਂ ਕੋਰਟ 'ਚ ਜਾਂਦੇ, ਕੇਸ ਕਰਦੇ। ਉਹ ਛੱਡ ਕੇ ਭੱਜ ਗਈ। ਤੇ ਭੱਜੀ ਵੀ ਕਿਉਂ? ਕਿਉਂਕਿ ਦਾੜੀ ਨਾਲੋਂ ਮੁੱਛਾਂ ਲੰਬੀਆਂ ਹੋ ਗਈਆਂ ਸੀ ਉਹਨਾਂ ਦੀਆਂ। ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਤੁਸੀਂ ਸਵਾਲ ਕਰ ਲਿਆ ਕਿ ਬਾਦਲ ਸਾਹਿਬ ਨੇ ਟੈਂਡਰ ਦੇਣ ਵੇਲੇ ਹੀ ਉਹਨਾਂ ਦੇ ਬੋਝ ਇੰਨਾ ਪਾਤਾ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਇਹ ਕੰਮ ਘਾਟੇ 'ਚ ਰਹਿਣਾ। ਤੇ ਭਾਈ ਉਹ ਆਪ ਹੀ ਛੱਡ ਕੇ ਚਲੇ ਗਏ। ਜੇ ਅਸੀਂ ਬਦਲੀ ਹੁੰਦੀ ਤਾਂ ਉਹ ਕੋਰਟ ਜਾਂਦੇ, ਇੱਕ ਤਾਂ ਦਿਖਾ ਦੇਣ ਕਿਸੇ ਨੇ ਕੋਰਟ 'ਚ ਕੋਈ ਕੇਸ ਕੀਤਾ ਹੋਵੇ। ਜਦੋਂ ਛੱਡ ਕੇ ਹੀ ਭੱਜ ਗਏ, ਸਾਨੂੰ ਤਾਂ ਫਿਰ ਟੈਂਡਰ ਕਰਨਾ ਹੀ ਪੈਣਾ ਸੀ, ਪੈਸਿਆਂ ਦਾ ਵੀ ਸਾਨੂੰ ਇੰਤਜ਼ਾਮ ਕਰਨਾ ਪੈਣਾ ਸੀ। ਇਹਨਾਂ ਨੇ ਕੋਈ ਕੀਤਾ ਨਹੀਂ। ਹੁਡਕੋ ਦਾ ਲੋਨ RTI ਰਾਹੀਂ, RTI ਪਾਉਣ ਕੋਈ ਸੂਝਵਾਨ ਸੱਜਣ ਜਾਂ ਪ੍ਰੈਸ ਪਤਾ ਕਰੇ, ਹੁਡਕੋ ਦਾ ਲੋਨ ਜਿਨ੍ਹਾਂ ਨਾਲੇ ਸੀਵਰੇਜ ਸਿਰੇ ਲੱਗਿਆ ਜਾਂ ਸਾਰੇ ਕੰਮ ਸਿਰੇ ਲੱਗੇ ਆ, ਉਹ 2019 'ਚ ਸਾਡੀ ਸਰਕਾਰ ਨੇ ਕਰਾਇਆ ਸਾਰੇ ਪੰਜਾਬ ਦਾ 1500 ਕਰੋੜ ਦਾ। ਨਵਜੋਤ ਸਿੰਘ ਸਿੱਧੂ ਇੱਥੇ ਆਏ ਸੀ ਚੈੱਕ ਦੇਣ, ਫਰੀਦਕੋਟ ਕੋਟਕਪੂਰੇ ਜੈਤੋਂ, ਉਦੋਂ ਹੋਇਆ ਹੁਡਕੋ ਦਾ ਲੋਨ। ਉਸ ਤੋਂ ਪਹਿਲਾਂ ਕੀ ਟੈਂਡਰ ਨਾ ਕੋਈ ਸੀਗੀ ਆਪਣੀ ਪ੍ਰੋਵੀਜ਼ਨ ਬਜਟ ਵਿੱਚ। ਪੈਸੇ ਹੋਣਗੇ ਤਾਂ ਕੰਮ ਹੋਏਗਾ। ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ, ਤੁਹਾਨੂੰ ਵੀ ਕਢਾਓ ਕਿ ਕਦੋਂ ਪੰਜਾਬ ਸਰਕਾਰ ਨੇ ਹੁਡਕੋ ਦਾ ਲੋਨ ਲਿਆ, ਕਦੋਂ ਸੈਂਕਸ਼ਨ ਹੋਇਆ ਤੇ ਕਦੋਂ ਪੰਜਾਬ ਵਿੱਚ ਇਹਨਾਂ ਦੇ ਕੰਮ ਸ਼ੁਰੂ ਹੋਏ। ਤੁਹਾਨੂੰ ਆਪ ਸਾਰਾ ਸਾਹਮਣੇ ਪਤਾ ਲੱਗ ਜਾਏਗਾ। ਕਿਉਂਕਿ ਬਾਦਲ ਸਾਹਿਬ ਨੂੰ ਆਦਤ ਪੈ ਗਈ, ਉਹ ਸੋਚਦੇ ਆ ਕਿ ਜੋ ਮਰਜ਼ੀ ਕਹਿ ਦੋ ਸਭ ਚੱਲ ਜਾਣਾ। ਸੋ ਭਾਈ ਵੱਡੇ ਬੰਦੇ ਆ, ਜੇ ਉਹ ਸਭ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਸਕਦੇ ਆ ਮੇਰੇ ਪਿਤਾ ਸਮਾਨ ਆ, ਤੇ ਕੁਝ ਵੀ ਕਹਿ ਸਕਦੇ। ਚਲੋ ਸਾਹਿਬ, ਇੱਕ ਤੁਹਾਡੇ ਵੱਲੋਂ ਦਾਅਵਾ ਕੀਤਾ ਜਾਂਦਾ ਕਿ 665 ਕਰੋੜ ਇਲਾਕੇ ਦੇ ਵਿਕਾਸ ਲਈ ਲਾਇਆ। ਉਸ ਚੀਜ਼ ਨੂੰ ਵਿਰੋਧੀਆਂ ਨੇ ਕਾਫੀ ਟਰੋਲ ਕੀਤਾ, ਭਾਵੇਂ ਸੋਸ਼ਲ ਮੀਡੀਆ ਹੋਵੇ, ਭਾਵੇਂ ਆਪਦੇ ਸਪੀਚਸ 'ਚ ਹੋਵੇ। ਉਸ ਦਾ ਜਵਾਬ ਕਿਸ ਤਰ੍ਹਾਂ ਦੇਣਾ ਚਾਹੋਗੇ? ਮੈਂ ਸਮਝਦਾ ਕਿ ਜੋ ਕੁਝ ਕੀਤਾ ਅਸੀਂ ਤਾਂ ਇਸ਼ਤਿਹਾਰ ਲਵਾਏ ਅਖਬਾਰਾਂ 'ਚ, ਕੋਈ ਲੋਕੇ ਨਹੀਂ ਕਹਿ ਰਹੇ। ਉਹ ਉਸ ਡਿਪਾਰਟਮੈਂਟ ਤੋਂ ਅਸੀਂ ਹਰੇਕ ਡਿਪਾਰਟਮੈਂਟ ਦੇ ਜੋ ਕੰਮ ਹੋਏ ਲਿਖੇ ਆ, ਆਪਦਾ ਰਿਪੋਰਟ ਕਾਰਡ ਫਿਰ ਮੈਂ ਲੈ ਲਿਆ, ਉਹ ਸਾਰਾ ਆ ਰਿਹਾ। ਸੋ ਮੇਰੀ ਬੇਨਤੀ ਆ ਉਸ ਡਿਪਾਰਟਮੈਂਟ ਤੋਂ RTI ਨੇ ਪੁੱਛ ਲਓ, ਜਾਂ ਕੋਈ ਵੀ ਸੱਜਣ ਇਨਫੋਰਮੇਸ਼ਨ ਲੱਗ ਸਕਦਾ ਉਹ ਕੰਮ ਹੋਏ ਆ ਕਿ ਨਹੀਂ ਹੋਏ। ਹਰੇਕ ਕੰਮ ਦੇ ਨਾਲ ਬਕਾਇਦਾ ਰਕਮ ਲਿਖੀ ਗਈ ਹੈ। ਤੁਸੀਂ ਆਪਦੇ ਡਿਪਾਰਟਮੈਂਟ ਤੋਂ ਉਹਨਾਂ ਡਿਪਾਰਟਮੈਂਟ ਨਾਲ ਚੈੱਕ ਕਰ ਸਕਦੇ ਹੋ। ਕੋਈ ਕੰਮ ਕੋਈ ਇਹ ਤਾਂ ਨਹੀਂ ਮੈਂ ਪਰਸਨਲ ਕਰਾਏ ਆ, ਮਹਿਕਮੇ ਰਾਹੀਂ ਹੋਏ ਆ, ਕੰਮ ਹੋਏ ਆ। ਉਦੋਂ ਤੁਸੀਂ RTI ਰਾਹੀਂ ਇਨਫੋਰਮੇਸ਼ਨ ਲੈ ਲਓ, ਤੁਹਾਨੂੰ ਆਪ ਪਤਾ ਲੱਗ ਜੂ। ਕੱਲਾ ਸੋਸ਼ਲ ਮੀਡੀਆ 'ਤੇ ਟਰੋਲ ਨਾ ਕਰਨ, ਕੱਲਾ ਝੂਠ ਪ੍ਰਚਾਰ ਕਰਨ ਦੀ ਕੋਸ਼ਿਸ਼ ਨਾ ਕਰਨ। ਉਹ MLA ਦੀ ਇਲੈਕਸ਼ਨ ਲੜ ਰਹੇ ਨੇ। ਲੋਕ ਇੱਕ ਜ਼ਿੰਮੇਵਾਰ MLA ਚਾਹੁੰਦੇ ਨੇ, ਕੱਲੇ ਇਹ ਨਹੀਂ ਕਿ ਆਪਾਂ ਸੋਸ਼ਲ ਮੀਡੀਆ 'ਤੇ ਜੋ ਮਰਜ਼ੀ ਬੋਲੀ ਜਾਈਏ। ਸੋ ਮੇਰੀ ਬੇਨਤੀ ਹੈ, ਜਿੱਥੋਂ ਮਰਜ਼ੀ ਕੋਈ ਸੱਜਣ, ਚਾਹੇ ਪ੍ਰੈਸ ਵਾਲੇ ਵੀਰ ਚੈੱਕ ਕਰ ਲਓ, ਚਾਹੇ ਹੋਰ ਕੋਈ ਸੱਜਣ ਚੈੱਕ ਕਰ ਲਓ, ਚਾਹੇ ਕਿਸੇ ਮਹਿਕਮੇ ਤੋਂ ਲੈ ਲਓ ਇਨਫੋਰਮੇਸ਼ਨ। ਅਸੀਂ ਕਿਹੜਾ ਕੋਈ ਲੁੱਕ ਕੇ ਗੱਲ ਕਹਿੰਦੇ ਆ। ਚਲੋ ਸਾਹਿਬ, ਸੁਖਬੀਰ ਬਾਦਲ 2 ਵਾਰੀ ਆਏ ਆ ਤੇ ਦੋਨੇ ਵਾਰੀ ਉਹ ਕਹਿੰਦੇ ਵੀ ਪਹਿਲੇ ਮਹੀਨੇ ਉਨੇ ਕੁ ਪੈਸੇ ਕਿੱਕੀ ਢਿੱਲੋਂ ਤੋਂ ਕੱਢ ਲਾਂਗੇ ਜਿੰਨੇ ਕੁ ਫਰੀਦਕੋਟ ਦੇ ਵਿਕਾਸ ਤੇ ਲਾਉਣੇ ਆ। ਮੇਰੀ ਇੱਕ ਬੇਨਤੀ ਹੈ ਕਿ ਕੋਈ ਸਰਵੇ ਦੇਖ ਲਓ ਪੰਜਾਬ ਦਾ, ਕੋਈ ਵੀ ਇਹਨਾਂ ਨੂੰ 20 ਸੀਟਾਂ ਨਹੀਂ ਟਪਾਉਂਦਾ। ਦੂਜੀ ਗੱਲ ਮੇਰੀ ਜਿਹੜੀ ਬੇਨਤੀ ਹੈ ਕਿ ਤਿੰਨਾਂ ਕੈਂਡੀਡੇਟਾਂ ਦੇ ਨਾਮਜ਼ਦਗੀ ਪੱਤਰ ਕੱਢ ਲਓ। ਮੇਰਾ ਹਾਲੀ ਸਾਹਿਬ ਤੁਹਾਡੇ ਨਾਲ ਨਾਰਾਜ਼ਗੀ ਹੈ।
ਤੁਸੀਂ ਮੇਰਾ ਨਾਮਜ਼ਦਗੀ ਪੱਤਰ ਤਾਂ ਉਹ ਜਿਹੜਾ ਸੀਗਾ ਤੁਸੀਂ ਉੱਤੇ ਸਾਰੀ ਡਿਟੇਲ ਦੱਸੀ, ਤੇ ਦੂਜਿਆਂ ਦੀ ਕਿਉਂ ਨਹੀਂ ਦੱਸੀ? ਹੱਕ ਤੁਹਾਡਾ ਇਹ ਬਣਦਾ ਸੀ ਸਾਰਿਆਂ ਦਾ ਕਿ ਮੇਰੀ ਦੱਸੀ ਤੁਸੀਂ ਸਾਰੀ ਡਿਟੇਲ। ਤੁਸੀਂ ਮੈਨੂੰ ਪੁੱਛਿਆ, ਮੈਂ ਕਿਹਾ ਦੱਸੋ, ਕਿਉਂਕਿ ਮੇਰੇ ਕੋਲ ਲੁਕਾਉਣ ਨੂੰ ਕੁਛ ਨਹੀਂ ਗਾ। ਜੋ ਕੁਛ ਹੈ ਮੇਰਾ ਕਾਗਜ਼ ਤੇ ਹੈ, ਮੈਂ ਇਨਕਮ ਟੈਕਸ ਦੇਦਾ, ਸਭ ਕੁਝ ਮੇਰਾ ਵਾਈਟ ਹੈ, ਮੇਰੇ ਕੋਲ ਲੁਕਾਉਣ ਨੂੰ ਕੁਛ ਨਹੀਂ। ਪਰ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਾਰਿਆਂ ਨੂੰ, ਤੇ ਹਾਲੀ ਸਾਹਿਬ ਤੁਹਾਨੂੰ ਵੀ, ਕਿ ਜਿਹੜੇ ਦੂਜੇ ਦੋ ਖੜੇ ਆ ਉਹਨਾਂ ਦਾ ਵੀ ਜੋ ਉਹਨਾਂ ਦੇ ਨਾਮਜ਼ਦਗੀ ਪੱਤਰ ਭਰੇ ਆ, ਉਹਨਾਂ ਨੇ ਆਪਦੀ ਇਨਕਮ ਦੇ ਸੋਰਸ ਦੱਸੇ ਆ ਜਾਂ ਉਹਨਾਂ ਨੇ ਆਪਦੀ ਇਨਕਮ ਬਾਰੇ ਐਫੀਡੇਵਿਟ ਲਾਏ ਆ, ਉਹ ਵੀ ਸਾਰਿਆਂ ਨੂੰ ਦੱਸੋ ਨਾ, ਮੇਰੀ ਇਹ ਬੇਨਤੀ ਹੈ। ਤੇ ਜਦੋਂ ਦੱਸੋਗੇ ਤੁਹਾਨੂੰ ਬਾਹਲੇ ਸਵਾਲਾਂ ਦਾ ਜਵਾਬ ਆਪੇ ਹੀ ਮਿਲ ਜੂ। ਜੋ ਉਹਨਾਂ ਦੀਆਂ ਸ਼ਹਿਨਸ਼ਾਹੀ ਠਾਠਾਂ ਨੇ, ਜੋ ਉਹਨਾਂ ਦਾ ਲਾਈਫ ਸਟਾਈਲ ਹੈ, ਉਹ ਦੇਖ ਲਓ ਸਾਰੇ ਜਣੇ, ਸਾਰਾ ਸ਼ਹਿਰ ਦੇਖਦਾ ਜਾਂ ਸਾਰਾ ਮੀਡੀਆ ਵੀ ਦੇਖਦਾ। ਤੇ ਇੱਕ ਵਾਰੀ ਉਹਨਾਂ ਦੇ ਨਾਮਜ਼ਦਗੀ ਪੱਤਰ ਜੋ ਉਹਨਾਂ ਨੇ ਭਰੇ ਨੇ ਤੇ ਉਹ ਐਫੀਡੇਵਿਟਾਂ ਦੇ ਨਿਗਾਹ ਮਾਰ ਲਓ। ਮੇਰਾ ਤਾਂ ਇੰਨਾ ਸਵਾਲ ਆ, ਉਹ ਸਭ ਕੁਝ ਆਉਂਦਾ ਕਿੱਥੋਂ ਹੈ? ਇਹੀ ਸਮਝਾ ਦੇਣ, ਬਾਕੀ ਦਾ ਕੋਈ ਲੋੜ ਨਹੀਂ। ਸਿਰਫ ਇੰਨੀ ਗੱਲ ਸਮਝਾ ਦੇਣ ਕਿ ਸਭ ਕੁਝ ਆਉਂਦਾ ਕਿੱਥੋਂ ਹੈ। ਸੋ ਮੇਰੀ ਬੇਨਤੀ ਆ, ਤੁਸੀਂ ਸਾਰੇ ਯਾਰ ਡੈਮੋਕ੍ਰੇਸੀ ਦੀ ਚੌਥਾ ਪਾਵੋ ਤੇ ਜ਼ਰੂਰ ਇਹ ਵੀ ਦੇਖੋ। ਦੂਜੀ ਗੱਲ, ਸੁਖਬੀਰ ਸਿੰਘ ਬਾਦਲ ਦੀ ਤੁਸੀਂ ਗੱਲ ਕੀਤੀ, ਸੁਖਬੀਰ ਸਿੰਘ ਬਾਦਲ ਹਰੇਕ ਨੂੰ ਆਪਦੇ ਵਰਗਾ ਹੀ ਸਮਝਦਾ। ਜੇ ਮੇਰੀ ਸੋਚ ਸੁਖਬੀਰ ਸਿੰਘ ਬਾਦਲ ਵਰਗੀ ਹੁੰਦੀ ਨਾ, ਫਿਰ ਮੈਂ ਸੁਖਬੀਰ ਸਿੰਘ ਬਾਦਲ ਨਾਲ ਹੀ ਰਹਿਣਾ ਸੀ, ਫਿਰ ਮੈਂ ਅੱਡ ਕੇ ਹੋਣਾ ਸੀ। ਜਿਹੜੇ ਸੱਜਣਾ ਦੀ ਸੋਚ ਸੁਖਬੀਰ ਸਿੰਘ ਬਾਦਲ ਵਰਗੀ ਹੈ, ਕਾਗਜ਼ਾਂ 'ਚ 1 ਰੁਪਈਆ ਨਹੀਂ, ਜ਼ਮੀਨ ਇੱਕ ਕੋਰਾ ਨਹੀਂ, ਤੇ ਗੱਲਾਂ ਜਹਾਜ਼ਾਂ ਦੀਆਂ, ਉਹ ਸੁਖਬੀਰ ਸਿੰਘ ਬਾਦਲ ਦੇ ਸਾਥੀ ਕਰ ਸਕਦੇ, ਅਸੀਂ ਨਹੀਂ ਕਰ ਸਕਦੇ। ਸਾਡਾ ਤਾਂ ਜੋ ਕੁਛ ਹੈ ਸਾਹਮਣੇ ਹੈ। ਸੋ ਇਸ ਕਰਕੇ ਮੈਂ ਬਾਦਲ ਸਾਹਿਬ ਨੂੰ ਬੇਨਤੀ ਕਰਦਾ ਕਿ ਬਾਦਲ ਸਾਹਿਬ, ਅੱਗੇ ਵੀ ਤੁਹਾਡੀ ਸਰਕਾਰ ਰਹੀ ਹੈ, ਹੁਣ ਤਾਂ ਆਉਂਦੀ ਦੀਂਦੀ ਨਹੀਂ, ਪਰ ਫਿਰ ਵੀ ਜੇ ਕਿਤੇ ਇਸ ਤੋਂ ਬਾਅਦ ਵੀ ਲੋੜ ਪਵੇ ਮੈਨੂੰ ਬੁਲਾ ਲਿਓ, ਤੇ ਮੈਂ ਦੱਸ ਦੂੰਗਾ ਕਿ ਮੇਰੀਆਂ ਜਿਹੜੀਆਂ ਸੋਚ ਤੇ ਆਦਤਾਂ ਉਹ ਤੁਹਾਡੇ ਵਾਲੀਆਂ ਨਹੀਂ ਗੀਆਂ। ਮੈਂ ਬੜਾ ਸੰਤੁਸ਼ਟ ਹਾਂ। ਮੇਰੇ ਪਰਿਵਾਰ ਨੂੰ ਤੇ ਮੈਨੂੰ ਵਿਚਰਦੇ ਨੂੰ ਸਾਨੂੰ 50 ਸਾਲ ਹੋ ਗਏ ਇਸ ਇਲਾਕੇ 'ਚ। ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ, ਤੁਹਾਨੂੰ ਵੀ ਕਹਿਣਾ, ਕੋਈ ਬੰਦਾ ਦੱਸ ਦੇ ਕਿਸੇ ਨੇ ਠੱਗੀ ਮਾਰੀ ਹੋਵੇ, ਕਿਸੇ ਨਾਲ ਧੋਖਾ ਕੀਤਾ ਹੋਵੇ, ਕਿਸੇ ਨਾਲ ਮਾੜਾ ਕੀਤਾ ਹੋਵੇ, ਕਿਸੇ ਦਾ ਨੁਕਸਾਨ ਕੀਤਾ ਹੋਵੇ, ਕੋਈ ਨਜਾਇਜ਼ ਕਾਰੋਬਾਰ ਕੀਤਾ ਹੋਵੇ, ਕਦੀ ਪਬਲਿਕ ਆਈ 'ਚ ਰਹੇ ਆ 50 ਸਾਲ ਮੇਰਾ ਪਰਿਵਾਰ ਤੇ ਮੈਂ, ਕੋਈ ਸੱਜਣ ਦੱਸ ਦੇ ਕਿਤੇ ਵੀ ਫਰੀਦਕੋਟ ਦੀ ਲੋਕਾਂ ਦੀ ਜਾਂ ਫਰੀਦਕੋਟ ਇਲਾਕੇ ਦੇ ਲੋਕਾਂ ਦੀ ਮੇਰੇ ਜਾਂ ਮੇਰੇ ਪਰਿਵਾਰ ਕਰਕੇ ਅੱਖ ਨੀਵੀਂ ਹੋਈ ਹੋਵੇ, ਕਿਤੇ ਧੌਣ ਨੀਵੀਂ ਹੋਈ ਹੋਵੇ, 50 ਸਾਲਾਂ 'ਚ ਕੋਈ ਲਾਂਭਾ ਦੱਸਣ। ਕੋਸ਼ਿਸ਼ ਕੀਤੀ ਹੈ ਹਮੇਸ਼ਾ, ਜਦੋਂ ਮੌਕਾ ਮਿਲਿਆ ਡਟ ਕੇ ਕੰਮ ਕਰਨ ਦੀ, ਸ਼ੌਕ ਨਾਲ ਕੰਮ ਕਰਨ ਦੀ, ਉਹ ਕੰਮ ਕੀਤੀ ਹੈ ਜਿਹਦੇ ਵਿੱਚ ਹਰੇਕ ਦਾ ਫਾਇਦਾ, ਤੇ ਪਰਮਾਤਮਾ ਤੇ ਸੰਗਤ ਮੌਕਾ ਦੇਊਗੀ, ਉਵੇਂ ਹੀ ਸ਼ੌਕ ਨਾਲ ਡਟ ਕੇ ਕੰਮ ਕਰਾਂਗੇ ਫਰੀਦਕੋਟ ਦੀ ਚੜ੍ਹਦੀ ਕਲਾ ਵਾਸਤੇ, ਫਰੀਦਕੋਟ ਦੇ ਲੋਕਾਂ ਦੀ ਚੜ੍ਹਦੀ ਕਲਾ ਵਾਸਤੇ, ਤੇ ਫਰੀਦਕੋਟ ਦੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ।